सतनाम करता पुरख निर्भयो निर्वैर अकाल मूरत अजूनी सैभं गुर प्रसाद तैंडी बंदिश मैं कोई ना डिठा तू नानक मन भाना कोल कुम्हाई तिस मित्र विचोले जै मिल कंत पछाणा कोल कुम्हाई तिस मित्र विचोले जै मिल कंत पछाणा सतनाम वाहेगुरु साहिब जियो राग सूही महला तीजा घर दसवां एक ओंकार सतगुर प्रसाद दुनिया ना साला जो मर वंजसी लोका ना साला जो मर खाक थी दुनिया ना साला जो मर वंजसी लोका ना साला जो मर खाक थी वाह मेरे साहिबा वाह गुरमुख सदा सलाहिए सच्चा वे परवाह रहा दुनिया केरी दोस्ती मनमुख दज मरन जमपुर बधे मारी हैं वेला ना लाहन गुरमुख जन्म सकार था सच्चे शब्द लगन आत्म राम परगासिया सहजे सुख रहन गुर का शब्द विसारिया दूजै पाए रचन तिश्ना भुख न उतरै अन दिन जलत फिरन दुष्टां नाल दोस्ती नाल संतां वैर करन आप डुबे कुटुंब स्यों सगले कुल डोबन निंदा भली किसैद की नाही मनमुख मुग्ध करन मुँह काले तिन निंदका नरके घोर पवन हे मन जैसा सेव हैं तैसा होव हैं तेहे कर्म कमाए आप बीज आपे ही खावना कहना किछु न जाए हे मन जैसा सेव हैं तैसा होव हैं तेहे कर्म कमाए आपे बीज आपे ही खावना कहना किछु न जाए वाहिगुरु जी का खालसा वाहिगुरु जी की फतेह जुगो जुग अटल शब्द सतगुरु धन धन गुरु ग्रंथ साहिब जी
ਗੁਰੂ ਪਾਤਸ਼ਾਹ ਦੇ ਹਜ਼ੂਰ ਢਲਦੀ ਸ਼ਾਮ ਆਪ ਸਮੂਹ ਹਾਜ਼ਰੀਨ ਹੋ ਜਾਂ ਟੈਲੀਵਿਜ਼ਨ ਰਾਹੀਂ ਦੂਰ ਦਰਾਜ਼ ਘਰਾਂ ਥਾਵਾਂ 'ਤੇ ਜਾਂ ਹੋਰ ਮੀਡੀਆ ਆਊਟਲੈਟਸ ਰਾਹੀਂ ਗੁਰਸ਼ਬਦ ਦੇ ਨਾਲ ਸਰਾਬੋਰ ਹੋ ਰਹੇ ਸਮੂਹ ਦਰਸ਼ਕ ਸਾਹਿਬਾਨ ਜੀਓ, ਆਹੋ ਭਾਗਤਾ ਹੈ ਗੁਰਸ਼ਬਦ ਨਾਲ ਸਾਂਝ ਪਾਉਣ ਗੁਜ਼ਰੇ ਇਹ ਸਮਾਂ, ਇਹ ਸੁਭਾਗ ਸਾਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਆਪ ਸਰਵਨ ਕਰ ਰਹੇ ਸੀ। ਅਗਲੇਰਾ ਸਮਾਂ ਸ਼ਬਦ ਵਿਚਾਰ ਦਾ ਹੈ। ਜੋ ਵਿਆਖਿਆਨ ਹੋ ਰਿਹਾ ਹੈ ਇਸ ਵਿੱਚ ਲੜੀਵਾਰ ਸੂਹੀ ਰਾਗ ਦੇ ਬਚਨਾਂ ਨੂੰ ਅਸੀਂ ਵਿਚਾਰ ਰਹੇ ਹਾਂ। ਅਸ਼ਟਪਦੀਆਂ ਦੇ ਬਚਨ ਨੇ, ਪਰ ਜਿਵੇਂ ਐਕਸੈਪਸ਼ਨਲ ਐਗਜ਼ਾਮਪਲਸ ਹੁੰਦੀਆਂ ਨੇ ਬਾਣੀ ਦੇ ਵਿੱਚ, ਅਕਸਰ ਅਸੀਂ ਦੇਖਦੇ ਹਾਂ ਅਸ਼ਟਪਦਿਆਂ ਦੇ ਸਿਰਨਾਵੇਂ ਹੇਠੇ ਬਚਨ ਆ ਰਿਹਾ ਆ, ਪਰ ਇਹਦੇ ਪਦੇ 34 ਨੇ, 34। ਸੋ ਲੰਮੇਰਾ ਸ਼ਬਦ ਹੈ, ਆਲਮੋਸਟ ਐਕਚੁਅਲੀ 1 ਫੁੱਲ ਪੇਜ ਐਂਡ 1 ਆਲਮੋਸਟ 3/4 ਪੇਜ ਇਹਦੇ ਨਾਲ ਕਵਰ ਹੁੰਦਾ ਆ। ਅਸੀਂ ਬੀਤੇ ਕੱਲ ਵਿਚਾਰ ਪ੍ਰਾਰੰਭ ਕੀਤੀ ਸੀ ਮੁੱਖ ਸੁਨੇਹੇ ਤੋਂ। ਕੁਝ ਸ਼ੁਰੂਆਤੀ ਪਦੇ ਆਪ ਜੀ ਨੇ ਸਰਵਨ ਕੀਤੇ ਨੇ, ਕੋਈ 7 ਪਦੇ ਆਪ ਜੀ ਦੇ ਸਾਹਮਣੇ ਮੈਂ ਪੜ੍ਹੇ ਨੇ। ਜਿੰਨੇ 17 ਵਿਚਾਰੀਆਂ ਗਈਆਂ ਇਹਨਾਂ ਪਦਿਆਂ 'ਚ ਅਸੀਂ ਵਿਚਾਰਾਂਗੇ। ਰਹਾਉ ਦੇ ਪਦੇ ਤੇ ਇੱਕ ਸਰਸਰੀ ਨਜ਼ਰ ਆ, ਉਪਰੰਤ ਸ਼ੁਰੂਆਤੀ 17 ਤੋਂ ਬਾਤ ਪ੍ਰਾਰੰਭ ਕਰ ਦਿੰਦੇ ਹਾਂ। ਗੁਰੂ ਅਮਰਦਾਸ ਸਾਹਿਬ ਇਸ ਪਾਵਨ ਬਚਨ ਨੂੰ ਉਚਾਰ ਰਹੇ ਨੇ ਤੇ ਕਹਿੰਦੇ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹ। ਵਾਹ ਵੈਸੇ ਇਸ ਇਕੱਲੇ ਵਰਡ ਨੂੰ ਹੀ ਅਸੀਂ ਬੀਤੇ ਕੁਝ ਰੋਜ਼ ਤੋਂ ਲਗਾਤਾਰ ਸਮਝ ਰਹੇ ਹਾਂ। ਵਾਹ ਦਾ ਮਤਲਬ ਜਸਟ ਇਟਸ ਏ ਕਾਈਂਡ ਆਫ ਐਕਸਕਲੇਮੇਸ਼ਨ। ਜਦੋਂ ਬੰਦਾ, ਉਹਦੇ ਕੋਲ ਵਰਡਸ ਨਹੀਂ ਰਹਿ ਜਾਂਦੇ, ਅਲਫਾਜ਼ ਨਹੀਂ ਰਹਿ ਜਾਂਦੇ, ਐਂਡ ਸਮਨ has only actually just some kind of feeling, and that feeling, that person is expressing that feeling in a way. There are actually in different cultures people have different kind of variety. Somewhere they say wow, somewhere they say totally actually bravo, sometimes people use some different words, and ਸਾਡੇ ਹੈ ਕਿ ਵਾਹ beyond explanation, ਬਲਿਹਾਰ, mean ਜਿੱਥੇ ਜਾ ਕੇ ਅਮੇਜ਼ਡ ਹੋ ਜਾਂਦਾ ਬੰਦਾ, ਜਸਟ ਵੰਡਰਫੁਲ ਐਂਡ ਬਿਯੋਂਡ ਦ ਵੰਡਰਫੁਲ। ਵਾਹ, ਗੁਰੂ ਬਾਬਾ ਜੀ ਨੇ ਕਿਹਾ, ਵਾਹ ਮੇਰੇ ਸਾਹਿਬਾ ਵਾਹ, ਹੇ ਕਰਤਾਰ, ਹੇ ਪਰਿਪੂਰਨ, ਤੇਰੀ ਸਤੁਤੀ, ਤਾਰੀਫ, ਉਸਤਤ ਸਭ ਚੀਜ਼ਾਂ ਜਿਹੜੀਆਂ ਨੇ ਕੀਤੀਆਂ ਜਾਣ, ਸਭ ਕੁਝ ਹੋਏ, ਪਰ ਜਦੋਂ ਤੇਰੇ ਬਾਰੇ ਗੱਲ ਹੋਏਗੀ ਤੇਰੇ ਬਾਰੇ ਵਾਹ ਹੀ ਕਿਹਾ ਜਾਏਗਾ। ਮਤਲਬ ਸਾਹਿਬ ਆਪਣੇ ਆਪ ਦੇ ਵਿੱਚ ਵੀ ਹਾਈਲੀ ਰਿਸਪੈਕਟਡ ਚੀਜ਼ ਨੂੰ ਟੱਚ ਕਰਨਾ ਹੈਗਾ। ਜੋ ਥ੍ਰੈਸ਼ਹੋਲਡ ਨੂੰ ਟੱਚ ਕਰਦੇ ਹਾਂ ਰਿਸਪੈਕਟ ਵਿੱਚ, ਅਸੀਂ ਉਦੋਂ ਸਾਹਿਬ ਕਹਿੰਦੇ ਹਾਂ ਅਸੀਂ। ਸੋ ਤੂੰ ਉਸ ਰਿਸਪੈਕਟ ਦਾ, ਉਸ ਔਨਰ ਦਾ, ਉਸ ਜਿਹੜਾ ਹੈਗਾ ਡਿਵੋਸ਼ਨਲ ਫੀਲਿੰਗ ਦੀ ਥ੍ਰੈਸ਼ਹੋਲਡ ਇੰਤਹਾ ਆ। ਸੋ ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹ। ਜਿਹੜੇ ਗੁਰੂ ਵੱਲ ਮੂੰਹ ਕਰਕੇ ਤੇਰੀ ਸਲਾਹੁਤਾ ਵਿੱਚ ਲੱਗ ਜਾਂਦੇ ਨੇ। ਸਲਾਹੁਤਾ ਬੀਤੇ ਕੱਲ੍ਹ ਤੇ ਬੜੀ ਡਿਟੇਲ ਬਾਤ ਹੋਈ ਵੈਸੇ, ਕਿ ਬੰਦਾ ਕਿਸੇ ਨਾ ਕਿਸੇ ਨੂੰ ਤੇ ਵਡਿਆਏਗਾ, ਗਲੋਰੀਫੁਲ ਹੋਏਗਾ ਕਿਸੇ ਬਾਰੇ। ਆਪਣੇ ਬਾਬਤ ਜਦੋਂ ਅਸੀਂ ਬਹੁਤ ਜ਼ਿਆਦਾ ਮਤਲਬ ਆਪਣੀ ਪ੍ਰੇਜ਼ ਦੇ ਵਿੱਚ ਗਵਾਚ ਜਾਂਦੇ ਹਾਂ, ਇਹਦੇ 'ਚੋਂ ਇਗੋਟਿਸਟ ਬਿਹੇਵੀਅਰ ਪੈਦਾ ਹੁੰਦਾ ਆ। ਜਿਹੜਾ ਇਹ ਹੈ, ਇਸ ਕਿਸਮ ਦੀ ਜਿਹੜੀ ਸੈਲਫ ਇਗੋਟਿਸਟਿਕ ਅਪਰੋਚ ਬੰਦਾ ਅਡੋਪਟ ਕਰਦਾ ਆ, ਉਹਦੇ ਨਾਲ ਸਵਾਏ ਆਪਣੇ ਨੁਕਸਾਨ ਤੋਂ ਹੋਰ ਕੁਝ ਵੀ ਨਹੀਂ ਗਾ। ਜਾਂ ਫਿਰ ਕਿਸੇ ਦੀ ਸਲਾਹੁਤਾ ਕਰੇਗਾ ਝੂਠੀ ਸੱਚੀ, ਉਹਦੇ 'ਚ ਵੀ ਕੁਝ ਨਹੀਂ। ਇਸ ਸ਼ਬਦ 'ਚ ਸਾਰਾ ਵੇਰਵਾ ਆ ਜਾਏਗਾ। ਸਾਹਿਬ ਪਾਤਸ਼ਾਹ ਨੇ ਕਿਹਾ, ਮੈਂ ਸਲਾਹੁ ਨਾ ਸਿਫਤ ਸਲਾਹ ਕਰਾਂ ਤੇ ਤੇਰੀ ਕਰਾਂ, ਬਸ ਇਹੀ ਮੇਰੇ ਮਨ ਵਿੱਚ ਹੈ। ਤੇ ਲਿਟਰਲੀ ਤੌਰ 'ਤੇ ਅਸੀਂ ਬਚਨ ਪੜ੍ਹਦੇ ਹਾਂ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ। ਜਿਹਨੂੰ ਕਰਤਾਰ ਤੇਰੀ ਸਿਫਤ ਸਲਾਹ ਕਰਨ ਦੀ ਜਾਚ ਆ ਗਈ, ਉਹ ਤੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਭਾਵ ਇੱਕ ਐਕਸਟ੍ਰੀਮ ਪਲੈਜ਼ਰ ਦੀ ਜਿਹੜੀ ਹੈਗੀ ਹੈ ਸਟੇਟ ਆਫ ਮਾਈਂਡ ਬੰਦਾ ਅਟੇਨ ਕਰਦਾ, ਜਦੋਂ ਇਸ ਲੈਵਲ 'ਤੇ ਬੰਦਾ ਆਪਣੇ ਆਪ ਨੂੰ ਇੱਕ ਤਰ੍ਹਾਂ ਨਾਲ ਐਸੋਸੀਏਟ ਕਰਦਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਵਿੱਚ, ਸਤੁਤੀ ਦੇ ਵਿੱਚ। ਸੋ ਇੱਥੇ ਬਚਨਾ ਹੈ, ਗੁਰਮੁਖ ਸਦਾ ਸਲਾਹੀ ਹੈ ਸੱਚਾ ਵੇ ਪਰਵਾਹ। ਬਾਕੀ ਉਹ ਆ ਰੱਬ ਜੀ, ਉਹਨੂੰ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ।
मैं छोटी जिथे मिसाल दे दिना वा उच्चे हैगा कि जिवें अक्सर कई बार बयान किया जाता है कि संग कीजिए बड़न स्यों होत बड़न स्यों मेल, सब जानत है बढ़त है बिरख बराबर वेल। एक बहुत बड़ा विरख आ तो उहदे विरख के पैरों छोटिया छोटिया वेलां उगदियां ने, तो उन्हां वेलां नूं उस बिरख तो मतलब लोड़ आ, क्योंकि बिरख तो आसमान छू रहा, उत्ते ठंडियां हवावां आसमान दियां माण रहा, आसमान तक उच्चा हो गया, पर वेल वो थल्ले छोटी जी है। पर हाँ, जो आसमान जिन्ना उच्चा उस रूप में मानना चाहती आसमान नूं, उहदियां ठंडियां हवावां नूं उपरी फिजां विच, तो एक काम कर सकती, उस वेल का उस पेड़ का सहारा लै ले, उस वड्डे विरख का सहारा लै ले। बाकी उस बिरख नूं कोई फर्क नहीं पैंदा, वो वेल उहदे सहारा लए ना लए, वो छोटी रहे वड्डी होए, वो निर्लेप आ उहदे तों, उहदी होंद ना होंद होण नाल उहनूं कोई फर्क नहीं पैंदा। एक एग्जाम्पल लिटरेचर च कीती जाती है कि जिहड़ा करतार आ वो अपने आप च बेअंत आ, उहदी अपनी हस्ती आ, होंद आ, असीं मनुख रूप आ, जे असीं सही रूप दे विच उहनूं अवेल करांगे, उहनूं अंडरस्टैंड करांगे, साडी जिंदगी का जिहड़ा लैवल आ उस जगह पहुँच जाएगा जिथे उस करतार दी अपनी आप आया। ये बात की जाती है। बाकी कुछ वरे पहला की गल आई वॉज इन दिल्ली एंड दैट टाइम मैं कुछ उत्थे एक मैगजीन छपदी सरिता, हिंदी की मैगजीन है, बड़ी रेवोलूशनरी साइड तो आती है, तो काफ़ी कुछ जोड़ा हैगा पखंड बारे अडंबर बारे बड़ा कुछ लिखते हैं वो बारे, तो कुछ चीज़ां उन्होंने बड़िया नरोइयां भी होंदियां ने, खास करके जिन्होंने कोई जोड़े लोग हाशिए ते चले गए, जिवें खास करके दबे कुचले लोग जिन्होंने दलित कह देंगे ने, उत्थे उन्होंने सब लोगों की कई बार आवाज़ बनती, उन्होंने आर्टिकल छपते हैं उस तरीके नाल, तो कई बार बड़े समाज के हिस्से दे विच जिहड़ा क्या जाए जिन्होंने एक्सप्लोटेशन हुई पुश्त बा पुश्त, जिन्होंने बिल्कुल सोसाइटी के विचों लामे कर दिता गया, उन्होंने एक्सपीरियंस फीलिंग उन्होंने जिहड़ा जीवन नूं देखण दा नज़रिया वो डिफरेंट हुंदा है। सुबह वो काफ़ी उन्होंने चीज़ां पढ़दा उस तरीके नाल, ते वो मैं बाई चांस उत्थे सीगा, मैं क्या मैं उन्होंने कुछ लिटरेचर खरीदना, तो मैनू जिहड़े गुरुद्वारा बंगला साहब के मैनेजर से नाल बंदा भेज दो, कहते लाओ लै जाओ इन्हों, मैं चला गया उत्थे, तो उत्थे असीं कुछ बुक्स वगैरह खरीद रहे हैं, तो जिहड़ा मेरे नाल बंदा गया वो गल्लां बातां करन लग गया सरिता दे उस मेन ऑफिस से उन्होंने उत्थे, तो उन्होंने किते शायद असिस्टेंट ऑडिटर जिहड़ा सीगा उत्थे मैगजीन का भी बैठा उत्थे, तो गल्लां बातां करदे कुछ उन्होंने आपस में चर्चा हो रही है, तो चर्चा दे विचों दसदा कि भाई साहब कैनेडा से आए हैं, तो इस किस्म की गल उन्हें की, तो वो थोड़ी बहुती मेरे नाल इंट्रैक्शन की उन्हें, अखीर गल उन्होंने आपस में हो रही सी कि क्या है भगवान, क्या भगवान का तसव्वुर, ये तो सब पखंड है, ये है वो है, इस किस्म की गल हो रही। वो कहता भाई साहब सब गल्लां एवें कर रहा है, मैं कहा ठीक है, उसकी अपनी मर्जी है, इस तरीके कह भी सकता। अखीर वो कहता भी अच्छा अगर मैं ही भगवान के बारे में कुछ जानना चाहता हूँ तो कहाँ जाऊँ, तो वो जड़ा सज्जन सीगा वो भी असिस्टेंट मैनेजर सीगा गुरुद्वारा साहब, तो वो कहता भी तू गुरु ग्रंथ साहब की बाणी रीड कर, यू शुड रीड गुरु ग्रंथ साहब बाणी। वो कहता जी मुझे इस चीज़ में कोई दिलचस्पी नहीं है, मुझे तो ये पता है कि अगर भगवान है, अगर उसका उसकी हम पूजा करते हैं, उससे प्रार्थनाएं करते हैं, वो खुश होता है प्रार्थनाएं सुनने के बाद, तो देन डेफिनेटली वो भगवान जड़ा आ वो बड़ा चापलूस पसंद है, फिर तो चापलूसी पसंद करता, फिर किहो जिहा भगवान है। ईवन असीं तो संसार कोई चापलूसी करने वाले लाइक नहीं करते। सो इस किस्म की बात की, फिर जो उन्हें गल की फिर मैं वो इनवॉल्व होया, मैं क्या गल है कि लिटल इन्फॉर्मेशन इज़ अ वे डेंजरस दैन द नन इन्फॉर्मेशन। जे तू वाकई च सिक्खी परस्पैक्टिव अंडरस्टैंड करना चाहना तो एक बारी एटलीस्ट जिहड़ा साडा स्क्रिप्चर आ उन्होंने पढ़ जरूर, पढ़ के वो गो थ्रू जा, दैन यू कैन मेक योर माइंड। सैकेंड थिंग जी गल कह रहे हैं, तो गुरु ग्रंथ साहब लिटरली लिखा है कि भगतहीन नानक जे होएगा तो खसमै नाओ ना जाए। रब जी को कोई फर्क नहीं पैंदा ਉਹਦਾ ਨਾਂ ਲਵੋ ਨਾ ਲਵੋ, ਬਾਣੀ ਇਹ ਕਹਿੰਦੀ ਹੈ, ਤੇ ਰੱਬ ਦਾ ਤਸੱਵੁਰ ਬਾਣੀ ਨਹੀਂ, ਕਿਉਂਕਿ ਮਨੁੱਖਾਂ ਦੀ ਸੋਚ 'ਚ ਪਿਆ ਸੀ, ਸੁਹਜ 'ਚ ਪਿਆ ਸੀ। ਮਤਲਬ ਉਸ ਸੋਚ ਤੇ ਸੁਹਜ ਵਿੱਚ ਜਿਹੜੀ ਚੀਜ਼ ਬੰਦੇ 'ਚ ਪਈ ਹੋਈ ਹੈ, ਰੱਬ ਭਗਵਾਨ ਈਸ਼ਵਰ ब्रह्म, ये सब चीज़ां गुरु बाबा जी ने उन्होंने सामने रख के मनुखा जिंदगी नूं चंगा जीण की प्रेरणा दी। हुण गल आ
ਸਾਨੂੰ ਕੋਈ ਨਾ ਕੋਈ ਤੇ ਐਂਕਰ, ਕੋਈ ਨਾ ਕੋਈ ਤੇ ਆਖਰਕਾਰ ਚਾਹੀਦਾ ਐਜ਼ ਏ ਆਈਡੀਓਲੋਜੀਕਲੀ, ਜਿਹਦੇ ਵੱਲ ਨੂੰ ਅਸੀਂ ਵਧਣਾ ਹੈਗਾ। ਅਕਾਲ ਪੁਰਖ ਵਾਹਿਗੁਰੂ ਜ਼ਰਰੇ ਜ਼ਰਰੇ 'ਚ ਜ਼ਰਖੇਜ਼ ਹੈ, ਗੁਣਾਂ ਦਾ ਮੁਜੱਸਮ ਹੈ, ਕਿਉਂ ਨਹੀਂ ਉਹਦੇ ਨਾਲ ਜੁੜਦਾ? ਸੋ ਇੱਥੇ ਬਾਣੀ ਨੇ ਬਚਨ ਕਿ ਲਿਖਿਆ ਹੈ ਕਿ ਰੱਬ ਜੀ ਨੂੰ ਕੋਈ ਫਰਕ ਨਹੀਂ ਪੈਂਦਾ, ਉਹਦੀ ਤੁਸੀਂ ਸਤੁਤੀ ਕਰੋ ਨਾ ਕਰੋ, ਉਹਨੂੰ ਦੁਹਰਾਓ ਨਾ ਦੁਹਰਾਓ। ਮੈਂ ਇਹਨੂੰ ਸਿੰਪਲ ਬਿਆਨ ਕਰਦਾ ਹਾਂ। ਸਮਹਾਓ ਪਿਛਲੇ ਮਤਲਬ ਲਗਾਤਾਰ 2 ਹਫ਼ਤਿਆਂ ਤੋਂ ਮੈਂ ਕਹਾਂ, I'm actually getting so many calls regarding mental health issues. It happens all the time, but this time it's happening too much. And people were calling, somehow I'm actually, if I give you just a snapshot, most of them are very professional, very highly educated, and you can say people who are, we cannot imagine those kind of people are dealing with mental health. ਬੰਦਾ ਸੋਚ ਵੀ ਨਹੀਂ ਸਕਦਾ। ਹੁਣ ਉਹਦਾ ਰੀਜ਼ਨ ਕੀ ਹੈ? ਰੀਜ਼ਨ ਇਹ ਹੈਗਾ ਕਿ ਇਹਦੇ 'ਚ ਨਾ ਅੱਗੇ ਜਾ ਕੇ ਏ ਮਨ ਜੈਸਾ ਸੇਵ ਹੈ ਤੈਸਾ ਹੋਵਹਿ ਤੇਹ ਕਰਮ ਕਮਾਏ, ਇਹ ਸ਼ਬਦ ਆਇਆ ਅੱਗੇ ਜਾ ਕੇ। ਮੈਂ ਜਿਹੜਾ ਲਿਟਰਲੀ ਤੌਰ 'ਤੇ ਸ਼ੁਰੂਆਤੀ ਪੰਕਤੀ ਜਸਟ ਮੈਂ ਬਿਆਨ ਕਰ ਰਿਹਾ ਕਿ ਸੱਚਾ ਬੇਪਰਵਾਹ, ਵੀ ਉਹ ਬੇਪਰਵਾਹ ਰੱਬ ਹੈ, ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਇਹ ਜਿਹੜਾ ਸਿਮਰਨ ਹੈ ਸਾਡਾ, ਜੇ ਆਪਾਂ ਸਵੇਰ ਤੋਂ ਸ਼ਾਮ ਤੱਕ ਮੈਂਟਲ ਹੈਲਥ ਬਾਰੇ ਸੋਚਦੇ ਹਾਂ, ਸੁਣਦੇ ਹਾਂ, ਪੜ੍ਹਦੇ ਹਾਂ ਆਲੇ ਦੁਆਲੇ, ਇਹ ਪੋਸੀਬਿਲਿਟੀ ਹੈ ਬੰਦਾ ਜੇ ਸਹੀ ਤਰੀਕੇ ਦੇ ਨਾਲ ਚੀਜ਼ਾਂ ਨੂੰ ਸਹੀ ਪਰਸਪੈਕਟਿਵ ਵਿੱਚ ਨਾ ਜਜ਼ਬ ਕਰੇਗਾ, ਨਹੀਂ ਅੰਡਰਸਟੈਂਡ ਕਰੇਗਾ, ਉਹ ਕਿਤੇ ਨਾ ਕਿਤੇ ਉਸਨੂੰ ਜਿਵੇਂ ਅੱਗ ਨਾਲ ਪਲੇ ਕਰ ਰਿਹਾ ਬੰਦਾ, ਅਤੇ ਅੱਗ ਦੇ ਨਾਲ ਪਲੇ ਕਰਦਿਆਂ ਹੋਇਆਂ ਜੇ ਪੂਰੀ ਤਰੀਕੇ ਦੇ ਨਾਲ ਕੌਸ਼ੀਅਸ ਨਹੀਂ ਹੈਗਾ, ਪ੍ਰੀਕਾਸ਼ਨਸ ਨਹੀਂ ਲੈ ਗਏ ਹੈਗੇ, ਪੂਰੇ ਮੈਜਰਮੈਂਟਸ ਨਹੀਂ ਲਏ ਹੈਗੇ, ਪੋਸੀਬਿਲਿਟੀ ਅੱਗ ਸਾੜ ਦੇਗੀ। ਜਦੋਂ ਸਾਰਾ ਸਮਾਜ ਇਸ ਕਿਸਮ ਦੀ ਚਰਚਾ 'ਚ ਪਿਆ ਹੈ ਸਭ ਰੂਪਾਂ ਦੇ ਵਿੱਚ, ਤੇ ਹੋਏਗਾ ਕਿ ਸਿਮਰਨ ਚੱਲੀ ਜਾਂਦਾ, ਤੇ ਕਿਤੇ ਕੋਈ ਗੱਲ ਸਟੱਕ ਹੋ ਗਈ ਤਾਂ ਅੰਦਰ ਹੀ ਫਸ ਜਾਏਗੀ। ਬਸ ਹਾਂ ਮੈਂ ਵੀ ਸਿੱਕ ਹੋ ਗਿਆ, ਮੈਂ ਬਿਮਾਰ ਹੋ ਗਿਆ, ਮੇਰੇ ਥਾਟ ਹੈ ਇੱਕ ਛੋਟਾ ਜਿਹਾ ਅੜ ਗਿਆ, ਕਿਤੇ ਨਿਕਲਾਂਗੇ ਕਿਵੇਂ ਹੁਣ ਇਹਦੇ ਵਿੱਚੋਂ? ਇਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ। ਗੁਰਬਾਣੀ ਵਾਰ-ਵਾਰ ਇਹ ਕਹਿੰਦੀ ਹੈ, ਕੋਈ ਮੁਸ਼ਕਿਲ, ਕੋਈ ਤਕਲੀਫ, ਕੋਈ ਪੀੜਾ, ਕੋਈ ਵੱਡੀ ਤੋਂ ਵੱਡੀ ਵੇਦਨ ਉਹਦੇ ਤੋਂ ਨਹੀਂ ਜਿਹਨੇ ਸੰਸਾਰ ਬਣਾਇਆ ਆ। ਤੈਨੂੰ ਕੁਛ ਵੀ ਲੱਗਦਾ, ਸਾਨੂੰ ਲਿਟਰਲੀ ਤੌਰ ਤੇ ਬਚਨ ਕਿਹਾ, ਸਰਬ ਰੋਗ ਕਾ ਔਖਦ ਨਾਮ, ਸਭ ਤੋਂ ਵੱਡੀ ਦਵਾਈ ਆ। ਜਿੱਦਨ ਲੱਗਦਾ ਵੀ ਸੰਸਾਰ ਦੀ ਕੋਈ ਦਵਾਈ ਕੋਈ ਕਾਰਗਰ ਨਹੀਂ ਹੈ, ਨਾਮ ਜਪੋ ਦਾ, ਉਹਦੇ ਵਾਲੇ ਪਾਸੇ ਜਾ। ਇਹਦੇ ਨਾਲ ਇਹ ਹੈ ਇੱਕ ਸਪਿਰਿਟ ਮਿਲੇਗੀ ਪੋਜ਼ਿਟਿਵ, ਬੰਦੇ 'ਚ ਇੱਕ ਲੈਵਲ ਆਏਗਾ, ਬੂਸਟ ਹੋਏਗਾ ਉਸ ਤਰੀਕੇ ਨਾਲ। ਬਾਕੀ ਇਹ ਕਹੇ ਕਿ ਇਹਦੇ ਨਾਲ ਰੱਬ ਕਿਹੋ ਜਿਹਾ ਜਿਹੜਾ ਮੇਰੇ ਤੋਂ ਸਤੁਤੀ ਸੁਣਨਾ ਚਾਹੁੰਦਾ, ਆਪਣੀ ਸਭ ਕੁਝ ਬਾਣੀ ਕਹਿੰਦੀ, ਉਹਨੂੰ ਕੋਈ ਫਰਕ ਨਹੀਂ, ਉਹ ਬੇਪਰਵਾਹ ਆ। ਉਹ ਤੇ ਬਿਰਖ ਆ ਬੜਾ ਵੱਡਾ, ਇਹ ਤੇ ਵੇਲ ਆ, ਵੇਲ ਨੇ ਉਹਦਾ ਸਹਾਰਾ ਲੈ ਕੇ ਉੱਚੇ ਹੋਣਾ। ਦੈਟਸ ਗੁੱਡ, ਗੋ ਹੈਡ। ਅਦਰਵਾਈਜ਼ ਉਹ ਤੇ ਆਪਣੇ ਆਪ, ਆਪਣੀ ਹਸਤੀ, ਆਪਣੇ ਹੋਂਦ ਆਪਣੇ ਆਪ ਤੋਂ ਰੱਖਦਾ। ਸੋ ਇਹ ਇਸ ਕਿਸਮ ਦੇ ਮਾਇਨੇ ਨੇ ਇਸ ਰਹਾਉ ਦੇ ਪਦੇ ਦੇ ਵਿੱਚ। ਸ਼ੁਰੂਆਤੀ ਪਦਾ ਆ, ਦੁਨੀਆ ਨਾ ਸਾਲਾ ਹੈ ਜੋ ਮਰਵੰਜ ਸੀ। ਮਰਵੰਜ ਸੀ, ਵੰਜ ਦਾ ਮਤਲਬ ਹੈ ਜਿਹਨੇ ਮਰ ਜਾਣਾ ਤੇ ਖਪਾ ਜਾਣਾ, ਪਤਾ ਵੀ ਨਹੀਂ ਲੱਗਣਾ ਕਿ ਕੋਈ ਹੋਇਆ ਸੀ ਕਿ ਨਹੀਂ ਹੋਇਆ ਸੀਗਾ। ਜੇ ਆਪਾਂ ਦੇਖੀਏ ਨਾ 5-4 ਪੁਸ਼ਤਾਂ ਪਿੱਛੇ ਚਲੇ ਜਾਈਏ, ਮੇਰਾ ਨਹੀਂ ਖਿਆਲ ਕਿਸੇ ਨੂੰ ਆਪਣੇ ਪੜਦਾਦੇ ਤੇ ਪੜਦਾਦੇ ਤੋਂ ਗ੍ਰੇਟ ਗ੍ਰੈਂਡ ਫਾਦਰ ਤੇ ਗ੍ਰੇਟ ਗ੍ਰੈਂਡ ਮਦਰ ਤੇ ਲੱਕੜ ਦਾਦੇ ਤੇ ਲੱਕੜ ਦਾਦੀ ਤੋਂ ਕੁਛ ਪਤਾ ਹੋਏਗਾ ਨਾ ਹੋਵੇ। ਮਰਵੰਜ ਸੀ, ਆਏ ਨਾ ਆਏ ਕੋਈ ਪਤਾ ਨਹੀਂ। ਜਿਹਨੂੰ ਸਾਹਿਬ ਨੇ ਬਾਣੀ 'ਚ ਲਿਖਿਆ, ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸੱਦੀ ਹੈ ਕਾਉ। ਬੰਦਾ ਆਇਆ, ਤੁਰ ਗਿਆ, ਮੁੜ ਕੇ ਐਸਾ ਵਿਦਾ ਹੋਇਆ, ਉਹਦਾ ਨਾਮ ਵੀ ਮਰ ਗਿਆ। ਦੁਨੀਆ ਨਾ ਸਾਲਾ ਹੈ ਜੋ ਮਰਵੰਜ ਸੀ, ਦੁਨੀਆ ਦੇ ਮਗਰ ਨਾ ਭੱਜ। ਜਦੋਂ ਸੰਸਾਰੀ ਤੌਰ 'ਤੇ ਅਸੀਂ ਦੇਖਦੇ ਹਾਂ ਦੁਨੀਆਦਾਰ ਹੋਣ, ਦੁਨੀਆਦਾਰ ਦਾ ਮਤਲਬ ਇਹ ਹੈਗਾ ਕਿ ਅਸੀਂ ਇੱਕ ਮਤਲਬ we should live under the impression of integrity. We should have truthfulness in our living, actually in our way of life, in our living styles. But when you are not following this path, what we are following then? ਅਸੀਂ ਸੋਚਦੇ ਹਾਂ ਫਲਾਣੇ ਤੋਂ ਫਲਾਣੇ ਦੀ ਵਡਿਆਈ ਕਰ ਲਈਏ, ਫਲਾਣੇ ਦੀ ਤਾਰੀਫ ਕਰ ਲਈਏ, ਫਲਾਣੇ ਤੋਂ ਕੋਈ ਫਾਇਦਾ ਲੈ ਲਈਏ, ਤੇ ਸਾਰੇ ਦੇ ਵਿੱਚ ਜਿਹੜੀ ਖਾਸ ਕਰਕੇ ਇੰਟੀਗ੍ਰਿਟੀ ਹੈ, ਜਿਹੜੀ ਟਰੁਥਫੁਲਨੈਸ ਹੈ, ਉਹ ਮਰਦੀ ਲੱਗੀ ਜਾਂਦੀ ਹੈ, ਛੋਟੀ ਹੋ ਜਾਂਦੀ ਹੈ। ਇਹੀ ਸੱਚਿਆਰ ਤਾਂ ਹੀ ਨਹੀਂ ਬਣ ਪਾਉਂਦਾ ਬੰਦਾ। ਹੋਰ ਸੱਚ ਤੋਂ ਕੌਣ ਦੂਰ ਲਿਜਾ ਰਿਹਾ ਸਾਨੂੰ?
कूड़ नूं जिन्हों बाणी ने कहा कि ये मतलब हकीकत आ, कूड़ कूड़ा नेह लगा विसरिया करतार। कूड़ ही कूड़ हो गया सारा, झूठ ही झूठ। डे बाई डे, स्टैप बाय स्टैप ਅਸੀਂ उस चीज़ तो दूर होंगे कि दुनिया की सलाहता के आले दुआले के विखावे के। ਅੱਜ सॉरी टू से साड़ियाँ बहुतियाँ ट्रैडिशनस देखो, ईवन बीइंग ए सिख भी असीं देखते हैं, असी वेखा वेखी फॉलो करी जा रहे हैं। रीज़न ये है, कोई भी सोचता भी मैं काहदे लई लाइम लाइट च आउणा हैगा, मैनू की लोड़ है इस किस्म के नाल। बस वो करद्या चीज़ां पसरी जा रही सब उस तरीके नाल। जे दुनियादारी की इस चीज़ तो बाहर आ जावांगे तो बाणी बहुत क्लीयर है इस बाबत। बाणी कहती है वड्डा होवा दुनीदार, दुनिया की बड़ी जय जयकार लई बड़ी दुनिया की तारीफ लै ली, स्तुति लै ली, पर चेते रख ये अल्टीमेटली तेरी जिहड़ी रियल सोल आ, जिहड़ी रियल स्पिरिट आ, उन्होंने कोई बैनीफिट नहीं मिलना। वो तड़पेगी तो तड़पेगी ऐसी कि वड्डा होवा दुनीदार गल संगल कत चलाया, अगे करनी कीरत वाची है। करनी कीरत जिस चीज़ चो चीज़ निकल के आती है। तुसी तवारीख पढ़ के देखो, मतलब ये कि ट्रुथफुलनेस जिहड़ी है इनू तुसी किते तवारीख विच भी नहीं भुलदियां वेख सकते। मैं तारीख विचों वो समा बयान करा जदों जिस तो मतलब इतना भय देण वाला समा शायद किते होए, जदों छोटे साहिबजादियां नूं सरहद दीआं नीहां च चिणिया जांदा। मतलब आनंदपुर साहब उजाड़िया, गुरु साहब नाल शहादतां, पुत्र शहीद हो गए, सिख चार छपेरे बंदा मुश्क हो रही, सिखां नूं कतल करना है, मारना है, नामो निशान। एक पूरे का पूरा जिहड़ा है मुलखैया, जिन्हों कहा जाए कि पूरी एक नोशन बिल्ड किया गया सिखां ते सिखी के खिलाफ इस तरीके दे नाल एस्टैबलिशमेंट ने इस लैवल ते उन्होंने जोर लाया। तो उस वक्त मतलब जे कोई सिख की फेवर च गल करेगा, जे कोई इंसाफ की फेवर च गल करेगा, जे कोई थोड़ा बहुता सीधे तौर पर एस्टैबलिशमेंट के खिलाफ खड़ा, उन्होंने खड़ा होना पेगा। तो फिर जिहड़ा उस धिर दे नाल उहदा सुख मान रहा, नवाबी मान रहा, सारा कुछ, उन्होंने तो बिल्कुल नहीं करना चाहिए, क्योंकि दैट्स नॉट एक्चुअली गुड डिसीजन, बिकॉज वो तो बैनीफिट लै रहा सारे दे सारे उस सारी एस्टैबलिशमेंट मुगलिया हुकूमत दे विच। उत्थे असीं देखदे हां नवाब मलेरकोटला, किताब च डॉक्टर सरबजीत सिंह का लिखिया होया, मलेरकोटला आबाद रहे। मतलब एक बार नहीं, कई बार कई किन्ने उत्थे राइट्स होए, किन्ना कुछ होया, अंग्रेज़ों के टाइम की बात होंदी सारे दी सारी उस सब रूपों दे विच। उस तो बाद 47 वापर गया, इधरों एक वड्डा हिस्सा यूपी, दिल्ली, बिहार तक उठ के जिहड़ा परले वाले पाकिस्तान जिन्हों बनाया उस पासे चला गया। जिहड़ा हिस्सा नहीं गया वो मलेरकोटले का नहीं गया। ईवन इत्थों तक भी सानू दस्तावेज़ मिलते हैं भी जे किते कोई हजूम घेर लैंदा सी, कुछ हो जाता सीगा, तो कहिंदा सीगा भी मार दो मुसलमान है। तो जो अडोल कंन च कहंदा सी ना कि मैं जी मलेरिया हाँ, मलेरकोट तो आया, वो कहते सी बिल्कुल नहीं। सिख बहुते उस वक्त कहते ना खबरदार, इनू हथ लाया, चल बई ते मलेरकोटले का भाव उस खिते उस जगह उस किस्म का मलेरकोटला आबाद रहे, वो आबाद रहे, अज भी आबाद है उस तरीके दे नाल। रीज़न की होया? रीज़न ये होया कि वज़ीर खान की कचहरी दे विच वैसे तो बुलाया गया सीगा शेर मुहम्मद खान नूं, मलेरकोटले के नवाब नूं भी वो आवेगा, वो वज़ीर खान के सद्दे ते नहीं आया। फिर वो मुड़ के बाद च आ भी गया। जो बाद च आया तो वज़ीर खान ने कहा भी चलो कोई ना, देर आया दुरुस्त आया, आ गया, बिठा लिया। तो हुण उहदे च ये सीगा कि वो छोटे छोटे बच्चे ने जिहड़े जिन्होंने कहा जिन्हें दुध के दंद भी नहीं, शीर खोर किया जाता जिन्होंने दुध के दंद भी नहीं टूटे, साहिबजादा जोरावर सिंह ते फतेह सिंह। तो वो वजीर का चाहता कतल करना, पर कतल किवें करे? आखिरकार कुछ स्टेट का भी ला आ, कुछ ना कुछ तो फॉलो करना पेगा ना, अदरवाइज तो हो नहीं सकता। उन्होंने कहा भी एक काम गल ठीक है भी ये शेर मुहम्मद खान के भरा नूं गुरु गोबिंद सिंह साहब ने जंग दे तीर नाल फुंडिया सी, उहदा भरा जिहड़ा हैगा जंग च गुरु गोबिंद सिंह साहब जी दे जिहड़ा है तीर का निशाना बनया सी। ये बिल्कुल ठीक है भी ये कहना भी ये अपना रिवेंज पूरा करे, बदला लै लवे। तो उन्हें कहा कि वजीर खान ने नवाब शेर मुहम्मद खान नूं भी देख तेरे भरा नूं कतल किया सी गुरु गोबिंद सिंह साहब ने, मौका बनया ही अपने दुश्मन नूं कदी छड्डी दा नहीं, आ देख दुश्मन दे बच्चे ने, तो बस इन्हां नूं जिहड़ा हैगा मार दे, तेरे कोले मौका बनया।
ਤੇ ਹੁਣ ਉਹ ਜਿਹੜੀ ਇੰਟੀਗ੍ਰਿਟੀ ਹੈ, ਜਿਹੜੀ ਟਰੁਥਫੁਲਨੈਸ ਹੈ, ਦੇਖੋ ਇਹ ਕਿਵੇਂ ਕੰਮ ਕਰਦੀ ਹੈ। ਉਹ ਤੇ ਫਿਰ ਆਵਾਜ਼ ਦੇ ਕੇ ਕਹਿੰਦਾ ਹੈ, ਅੰਦਰੋਂ ਆਵਾਜ਼ ਆਉਂਦੀ ਨਾ ਵੀ ਰੌਂਗ ਇਜ਼ ਰੌਂਗ, ਦਿਸ ਇਜ਼ ਨਾਟ ਐਕਚੁਅਲੀ, ਦਿਸ ਇਜ਼ ਅਨਐਕਸੈਪਟੇਬਲ। ਉਹਦੇ 'ਚ ਉਹਦਾ ਆਪਣਾ ਮੁਸਲਮਾਨ ਲਿਖਾਰੀ ਹਕੀਮ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਕਹਿੰਦਾ ਕਿ ਜਵਾਬ ਉਹਦਾ ਇਹ ਸੀਗਾ ਵੀ ਨਵਾਬ ਵਜ਼ੀਰ ਖਾਂ ਗੱਲ ਇਹ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ, ਮੇਰੇ ਭਰਾ ਦਾ ਕਤਲ ਹੋਇਆ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤਾ ਹੈ, ਮੇਰਾ ਦਿਲ ਜ਼ਾਰ-ਜ਼ਾਰ ਰੋਂਦਾ ਹੈ, ਮੇਰਾ ਭਰਾ ਨਾਲ ਬੜਾ ਪਿਆਰ ਸੀਗਾ, ਮੈਂ ਗੁਰੂ ਸਾਹਿਬ ਤੋਂ ਬਦਲਾ ਲੈਣ ਲਈ ਹਰ ਵਕਤ ਤਿਆਰ ਬੈਠਾ ਹਾਂ, ਪਰ ਇਹ ਛੋਟੇ ਬੱਚੇ ਨਾ। कहता बदला ही लेना होगा तो हम लेंगे बाप से, खुदा महफूज रखे हमें ऐसे पाप से। कहता बदला लेना होगा प्यो तो लवांगे, इन्हां दा की कसूर है। हुण इन्नी गल, सिर्फ इतनी गल है, इस तो बाद कोई गल नहीं है। मलेरकोटला आबाद रहे। इंटीग्रिटी जिहड़ी है अज भी जिहड़ी ट्रुथफुलनैस आ, वो ये नहीं कहता मैं गुरु गोबिंद सिंह साहब का कर्णधार हाँ, मैं सिक्खी का कर्णधार हाँ, मैं नो 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 नो, वो कहता मैं बिल्कुल गुरु गोबिंद सिंह साहब के खिलाफ, मेरी दुश्मनी उन्होंने नाल, मैनूं अज मिल जाण, मैं अज हुण तो पहला कतल कर दियां इस रूप दे विच। पर ये नहीं, दुनिया ना साला है जो मरवंज सी, दुनियादारी नूं पुगाण दे चक्कर दे विच जिहड़ी ट्रुथफुलनैस आ, जिहड़ी वो लिविंग विद इंटीग्रिटी, इहनूं नहीं छड्डना चाहिदा। यही सिੱਖੀ है। दुख होर कुछ नहीं, तकलीफ होर कुछ नहीं, मन की पीड़ा जिहड़ी है ना इत्थों ही निकलती है। गुरु अमरदास साहब कहिंदे इहो जिहे शब्द गाए पढ़े बंदा, किते ना किते एक लैवल ते ना अंदर वो बात आउंदी है, उस लैवल ते बंदे ने जिउण दी जाच आ जांदी। दुनिया ना साला, दुनिया दे मगर नहीं भजना, दुनियादारी च नहीं गवाच जाना। मतलब इस लैवल ते नहीं कि बंदा ऐसी भीड़ च गवाच जाए कि सच ही भुल जाए। दुनिया ना साला है जो मर वंज सी, आखिरकार ने सदा ते रहना नहीं। लोकां ना साला है जो मर खाक थी, लोक सलाउता च लग जाना। स्तुति करनी रब दी, वडियाई करनी रब दी। माफ़ी मंगांगा, सिੱਖੀ ਦੇ ਵਿੱਚ मतलब सादगी जिहड़ी है, आपा निवारण की गल आ, डाउन टू अर्थ, मतलब ये चीज़ जिहड़ी है सिੱਖੀ परस्पैक्टिव का मेन धुरा आ। इसे करके सिखां दे विच ईवन जात पात का मसला भी जिहड़ा आ, इहदा रीजन एक ये बनिया कि तुसीं जे किते सिख हिस्टरी नूं सही रूप में देखो, तुहानूं पता लगेगा ये जात पात वाला कोड गुरु पातशाह के समय दे विच खत्म होया, तो उस तो बाद सिखां दे विच नहीं रहा। जदों वापसी हुंदी है दी, उदों हुंदी जदों ब्रिटिश वापस आ रहे हैं। रीजन उहदा ये सीगा कि ब्रिटिश की सारी स्कूलिंग जिहड़ी बंगाल च होई है, बिकॉज उन्होंने रूलर बनना इस खिते दे विच, ते रूलर्स तां बनणगे जे इत्थों दे कल्चर नूं, इत्थों दी लैंगुएज नूं, इत्थों दे सोशल स्ट्रक्चर नूं समझणगे। ते उत्थे बकायदा तौर पर उन्होंने उत्थे स्कूल लगा के पूरी स्कूलिंग लर्न की, पूरा स्कूलिंग हुई उन्होंनी, उन्हें हर चीज़ में लर्न किया। अज तो उन्होंने इतने किताबचे मिल जाती जिन्होंने उन्होंने उन्होंने स्कॉलर्स ने पूरा जिहड़ा है इंडियन मिथोलॉजी ट्रांसलेट की हैगी, पूरे तो पूरा एक रिलीजियस सैक्ट नूं ट्रांसलेट किया उन्होंने, सारा उत्थे बैठ के किया उन्होंने। सो सब चीज़ों ने जो अंडरस्टैंड किया, उत्थे इन्होंने समझाया गया कि इंडियन सोसाइटी काम किवें करती है। इत्थे कल नूं तुसीं जॉब स्ट्रक्चर बनाने ने किवें बनाओगे, ओके इस जात वाले बंदे नूं आ जॉब देनी है, इस जात वाले बंदे नूं इस जात वाले, सो इस तरीके नाल जॉबां नूं कोई जिहड़ी कित्तेदारी जात नाल रलाई सी उन्होंने रला दी। बकायदा तौर पर जो जॉब अजे तक भी है, बकायदा तौर पर जो जॉबां निकलदियां ने उहदे ते लिखिया जांदा आ जॉब कुली दी कहार, जिहदी च कहार जात है अप्लाई करे, आ जॉब फलाने दी पीएन दी जॉब आज आ अप्लाई करे। मतलब सीधे तौर पर इस तरीके दे नाल जिहड़ियां ने जॉबां नालों सब चीज़ां जोड़तियां। वो बंगाल तो आए ऑल द वे पंजाब, सारा स्ट्रक्चर उन्होंने गवर्निंग सिस्टम इस तरीके फिट किया। मुड़ के 10-15-20 सालों च भुल भुला गया सारा कुछ, क्योंकि जिहड़ी जिस ही की सरकार ते सही का सब कोई उस लैवल पर आ गया। होया ये जिहड़ी बात आ रही है, लोकां ना साला है जो मर खाक थी, लोक सलाहुता च पै जाना, भावें अपनी ते भावें किसी दी। इहदे नाल कुछ नहीं खटन वाला, गुण की सलाहुता कर, लोक सलाहुता नहीं होंदी। एवें ना मतलब किसी को वडियाई जा, हाँ वडियाउणा गुण नूं वडिया, गुण की कदर कर। असीं इन्हां मुल्कां च बैठे हैं अज, आप एहसास करो इत्थे हालांकि रेशिज्म हैगा, सिस्टैमिक रेशिज्म की गल भी हो रही है उस लैवल ते, पर वो सब कुछ होने के बावजूद भी एक वड्डा जिहड़ा गवर्निंग लैवल आ, सिस्टम आ, उहदे विच गुण काबलियत उहदी गल हुंदी है। जे ना हुंदी ते सोसाइटी मल्टीपल लैवल ते जिहड़ी है मल्टी कल्चर लैवल ते एवें ना हुंदी। जिहड़ी जिहदी काबलियत आ, तुसीं अपने सिस्टम विच इत्थे देखो, सरदार जगमीत सिंह वर्गा बंदा जिहड़ा हैगा प्राइम मिनिस्टर की चेयर लिए इत्थे जिहड़ा हैगा, सिर्फ सैकेंड जनरेशन है हाली,
ਉਹ ਰਨ ਕਰ ਰਿਹਾ ਉਸ ਲੈਵਲ 'ਤੇ। ਬਿਲਕੁਲ ਤੈਨੂੰ ਉਸ ਲੈਵਲ 'ਤੇ ਐਡਮਾਇਰ ਕੀਤਾ ਜਾਂਦਾ। ਹਾਂ ਕੁਝ ਰੇਸ਼ਿਸ ਸਿਸਟਮ ਵੀ ਆਇਆ ਸਾਡੇ ਸਾਹਮਣੇ, ਬਟ ਐਟ ਦ ਸੇਮ ਟਾਈਮ ਉਹ ਵੀ ਲੋਕ ਨੇ ਜਿਨ੍ਹਾਂ ਨੇ ਇੰਨੀਆਂ ਸਭ ਲੈਵਲ 'ਤੇ ਉਹਨੂੰ ਪਸੰਦ ਕੀਤਾ। ਅਤੇ ਇਕੱਲਾ ਇਹ ਨਹੀਂ, ਹੋਰ ਸਭ ਲੈਵਲ ਤੁਸੀਂ ਦੇਖੋਗੇ। ਸੋ ਗੁਣਾਂ ਦੇ ਉੱਤੇ ਧਰਤੀ ਖੜੀ ਹੈ, ਗੁਣਾਂ ਦੇ ਉੱਤੇ ਲੋਕ ਖੜੇ ਨੇ, ਅਤੇ ਧਰਮ ਗੁਣ ਸਿਖਾਉਂਦਾ। ਜਦੋਂ ਰੱਬ ਦੀ ਗੱਲ ਹੁੰਦੀ ਸਾਰੀ ਬਾਣੀ ਕਹਿੰਦੀ ਹੈ ਗੁਣਾਂ ਦੀ ਬਾਤ ਹੈ ਸਾਰੀ। ਜਿਹੜਾ ਬੰਦਾ ਕਹਿੰਦਾ ਮੈਂ ਰੱਬ ਦਾ ਮਤਲਬ ਸਰੂਪ ਦੇ ਵਿੱਚ ਮੰਨਣ ਵਾਲਾ ਹਾਂ, ਆਈ ਬਲੀਵ ਇਨ ਗੋਡ, ਆਈ ਬਲੀਵ ਇਨ ਲਾਰਡ, ਆਈ ਬਲੀਵ ਇਨ ਆਲਮਾਈਟੀ, ਦੈਨ ਬਾਣੀ ਸੇਇੰਗ ਦੈਨ ਇਫ ਯੂ ਆਰ ਹੈਵਿੰਗ ਸਮ ਕਾਈਂਡ ਆਫ ਪ੍ਰੇਜ਼ ਟੂਵਰਡ ਆਲਮਾਈਟੀ ਵਾਹਿਗੁਰੂ, ਦੈਨ ਦੁਨੀਆਦਾਰੀ ਦੇ ਇਹਨਾਂ ਸ਼ੋ ਆਫ ਦੇ ਚੱਕਰਾਂ 'ਚ ਨਾ ਪਈ, ਨਾ ਇਹੋ ਜਿਹੀ ਵਡਿਆਈ ਆਪ ਪ੍ਰਾਪਤ ਕਰੀ, ਨਾ ਬਾਹਰ ਝੂਠੀ ਵਡਿਆਈ ਕਿਸੇ ਦੀ ਕਰੀ। ਸੋ ਇਸ ਦਾ ਬਚਨ ਆਇਆ ਲੋਕਾਂ ਨਾ ਸਾਲਾ ਹੈ ਜੋ ਮਰ ਖਾਕ ਥੀ, ਤੇ ਜਿਹਨੇ ਅਲਟੀਮੇਟਲੀ ਮਿੱਟੀ ਹੋ ਜਾਣਾ। ਇੱਕ ਅੱਜ ਨਹੀਂ ਤੇ ਕੱਲ੍ਹ, ਅੱਜ ਕੋਈ ਪੋਜੀਸ਼ਨ 'ਤੇ ਆ, ਉਹਦੀ ਡਰ ਵਿੱਚ, ਉਹਦੇ ਭੈ ਵਿੱਚ, ਉਹਦੇ ਤੋਂ ਲਾਲਚ ਵਾਸਤੇ ਤੋਂ ਉਹਦੀ ਵਡਿਆਈ ਕਰ ਰਿਹਾ ਹੈਗਾ, ਕੱਲ੍ਹ ਨੂੰ ਉਹ ਨਹੀਂ ਰਹੇਗਾ। ਫਿਰ ਕਿੱਥੇ ਜਾਏਗਾ? ਇਸ ਸਾਰੇ ਰੂਪ ਦੇ ਵਿੱਚ ਜਿਵੇਂ ਅੱਜ ਦੀ ਬਾਤ ਕਰੀਏ, ਜੇ ਅਸੀਂ ਅੱਜ ਇਸ ਸਮੇਂ ਦੇ ਵਿੱਚ ਗੱਲ ਕਰੀਏ, ਇੰਡੀਅਨ ਸਬ ਕੰਟੀਨੈਂਟ ਦਾ ਹਾਲ ਦੇਖੋ ਤੁਸੀਂ, ਮਤਲਬ ਗਰੀਬੀ ਦੀ ਹਾਲਤ ਦੇਖੋ, ਉੱਥੇ ਡਿਫਰੈਂਟ ਕਿਸਮ ਦੇ ਇਸ਼ੂਜ਼ ਦੀ ਹਾਲਤ ਦੇਖੋ। ਪਿਛਲੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ ਦੁਨੀਆ ਦੀ ਮੰਡੀ ਖੋਲ੍ਹੀ, ਉੱਥੇ ਬਹੁਤ ਸਾਰੇ ਕੰਮ ਕੀਤੇ, ਇੱਕ ਪ੍ਰੋਸਪੈਰਿਟੀ ਦਿਸਣ ਲੱਗੀ ਧਰਤੀ ਦੇ ਉੱਤੇ। ਪਰ ਹੌਲੀ ਹੌਲੀ ਬਾਤ ਕੀ ਹੋਈ ਕਿ ਉਹ ਚਲੇ ਗਏ। ਨੋ ਡਾਊਟ ਜਿਹੜਾ ਲਿਬਰਲਿਜ਼ਮ ਦਾ ਉਹ ਇੱਕ ਚੋਗਾ ਸੀਗਾ ਉਹ ਉਤਰਨਾ ਸ਼ੁਰੂ ਹੋ ਗਿਆ, ਕਿਉਂਕਿ ਉਹਦੇ ਦੋ ਵੱਡੇ ਰੀਜ਼ਨ ਬਣਦੇ ਨੇ। ਇੱਕ ਤਾਂ ਇਹ ਹੈ ਕਿ ਲਿਬਰਲਿਜ਼ਮ ਹਿਪੋਕ੍ਰੇਸੀ ਤਾਂ ਹੈ ਨਹੀਂ ਗੀ। ਜੇ ਲਿਬਰਲ ਮਾਈਂਡਡ ਹੈਗੇ ਹੋ ਤਾਂ ਫਿਰ ਗਰਾਊਂਡ ਲੈਵਲ 'ਤੇ ਆਓ। ਵਿਖਾਵਾ ਲਿਬਰਲਿਜ਼ਮ ਦਾ, ਉਹਦੀ ਲਪੇਟ ਦੇ ਵਿੱਚ ਸਾਰਾ ਕਰਪਸ਼ਨ ਵੜਿਆ ਆ, ਸਭ ਚੀਜ਼ਾਂ, ਫਿਰ ਕੀ ਹੋਏਗਾ? ਸਾਡੇ ਇੱਥੇ ਵੀ ਤੁਸੀਂ ਦੇਖੋ, ਮਤਲਬ ਹਿਪੋਕ੍ਰੇਸੀ ਮਾਰਦੀ ਹੈ ਵੱਡੇ ਲੈਵਲ 'ਤੇ। ਬੈਨਰ ਲਿਬਰਲਿਜ਼ਮ ਦਾ, ਅੰਦਰ ਸਾਰਾ ਕਰਪਸ਼ਨਿਜ਼ਮ ਪਿਆ ਹੈਗਾ। ਫਿਰ ਲੋਕੀ ਕਹਿੰਦੇ ਮਿਸਮੈਚ ਹੋ ਰਿਹਾ, ਡਰ ਦੀ ਪੋਲਿਟਿਕਸ ਖੇਡ ਰਹੇ ਹੋ ਤੁਸੀਂ, ਕੀ ਹੋਏਗਾ? ਅਲਟੀਮੇਟਲੀ ਉਹ ਚੀਜ਼ਾਂ ਹੋਣਗੀਆਂ। ਇਹਦੇ 'ਚ ਕੋਈ ਇਕੱਲੀ ਇੱਕ ਧਿਰ ਨੂੰ ਜ਼ਿੰਮੇਵਾਰ ਨਹੀਂ ਸੰਭਾਲਿਆ ਜਾ ਸਕਦਾ। ਖੈਰ, ਜਿਹੜੀ ਮੈਂ ਬੇਨਤੀ ਕਰਨ ਲੱਗਾ ਸੀਗਾ, ਆਪਣੇ ਦੌਰ ਦਾ ਸਮਾਂ ਵਧੀਆ ਬਤੀਤ ਕੀਤਾ, ਇਸ ਤਰੀਕੇ ਨਾਲ ਸਮਾਂ ਨਿਕਲ ਗਿਆ। ਜਦੋਂ ਨਿਕਲ ਗਿਆ ਤਾਂ ਉਸ ਤੋਂ ਬਾਅਦ ਉਹ ਬਾਤ ਆਈ ਕਿ ਇੱਕ ਨਵੀਂ ਪੋਲੀਟੀਕਲ ਰਜੀਮ ਆ ਗਿਆ ਸਭ ਚੀਜ਼ਾਂ ਦੇ ਵਿੱਚ। ਅਤੇ ਮੈਨੂੰ ਯਾਦ ਆ ਉਹਨਾਂ ਦਾ ਇੱਕ ਇੰਟਰਵਿਊ ਹੋਇਆ, ਅਤੇ ਉਹਦੇ 'ਚ ਇੱਕ ਬੜੇ ਨਾਮਵਰ ਨਾਮਾ ਨਿਗਾਰ ਨੇ ਉਹਨਾਂ ਨੂੰ ਪੁੱਛਿਆ ਕਿ ਵਟ ਡੂ ਯੂ ਥਿੰਕ, ਬਿਕੋਜ਼ ਵੈਨ ਯੂ ਵਰ ਐਕਚੁਅਲੀ ਇਨ ਪਾਵਰ ਦੈਟ ਟਾਈਮ your party didn't have enough number, but now they have really good numbers. They are in full-time majority and they have totally actually dedicated to some kind of nationalistic agenda. So now they're going to do for the country good. They're going to do some good stuff to the country. ਉਹਨੇ ਇੱਕ ਬੜੇ ਬਿਲਾਸ 'ਚ ਬਾਤ ਕਹੀ। ਉਹ ਕਹਿੰਦਾ ਜਿਵੇਂ ਜਿਹੜਾ ਹੈਗਾ, ਉਹ ਕਹਿੰਦਾ ਕਿ ਗੱਲ ਇਹ ਹੈ ਕਿ ਇਹ ਕਿ ਇਹਨਾਂ ਦੇ ਫਾਦਰ ਦੇ ਫਾਦਰ, ਬਾਪ ਦਾ ਬਾਪ ਵੀ ਆ ਜਾਏ ਤਾਂ ਵੀ ਨਹੀਂ ਕੁਛ ਹੋ ਸਕਦਾ। ਉਹਦਾ ਰੀਜ਼ਨ ਵੱਡਾ ਇਹ ਹੈ ਕਿ 2% ਪੂਰੀ ਦੁਨੀਆ ਦੇ ਸੋਰਸਿਸ ਨੇ ਇਸ ਖਿੱਤੇ ਦੇ ਵਿੱਚ, ਅਤੇ ਮੋਰ ਦੈਨ 22% ਪਾਪੂਲੇਸ਼ਨ ਰਹਿੰਦੀ ਹੈ ਇੱਥੇ। 2% ਸੋਰਸਿਸ ਦੇ ਉੱਤੇ 22% ਪਾਪੂਲੇਸ਼ਨ ਜਿਹੜੀ ਹੈਗੀ ਹੈ, ਇਹ ਕਿਵੇਂ ਸਰਵਾਈਵ ਕਰੇਗੀ? ਸੋ ਜਿਹੜੀ ਇਹ ਚੀਜ਼ ਆ, ਇਹਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ। ਸਟਰਗਲ ਤਾਂ ਉੱਥੇ ਇਸ ਕਿਸਮ ਦੀ ਹੈ। ਫਿਰ ਉੱਥੇ ਕੀਤਾ ਕੀ ਗਿਆ? ਅੱਜ ਵੀ ਤੁਸੀਂ ਦੇਖੋ, ਧਰਮ ਦਾ ਚੋਗਾ ਪਵਾ ਕੇ ਕੈਸੀ ਹਾਲਤ ਬਣ ਗਈ ਸਾਰੇ ਦੀ ਸਾਰੀ। ਤੇ ਵੱਡੇ ਲੈਵਲ 'ਤੇ ਲੋਕ ਨੇ ਜਿਹੜੇ ਅੱਖਾਂ ਦੇ ਸਾਹਮਣੇ ਵੇਖ ਰਹੇ ਨੇ ਵੀ ਇਹ ਸਭ ਚੀਜ਼ਾਂ ਠੀਕ ਨਹੀਂ ਹੋ ਰਹੀਆਂ। ਦੇ ਆਰ ਨਾਟ ਗੁੱਡ, ਨਾਟ ਫਾਰ ਸੋਸਾਇਟੀ, ਨਾਟ ਫਾਰ ਪਬਲਿਕ, ਨਾਟ ਫਾਰ ਈਵਨ ਹੋਲ ਗਲੋਬ। ਪਰ ਉਹ ਕਿਸੇ ਲਾਲਚ, ਕਿਸੇ ਸਵਾਰਥ ਅੱਖਾਂ ਬੰਦ ਨੇ ਸਭ ਚੀਜ਼ਾਂ ਦੇ ਵਿੱਚ। ਮਹਾਰਾਜ ਕਹਿੰਦੇ ਕੱਲ੍ਹ ਨੂੰ ਕੁਝ ਵੀ ਨਹੀਂ ਰਹਿਣਾ। ਲੋਕਾਂ ਨਾ ਸਾਲਾ ਹੈ ਜੋ ਮਰ ਖਾਕ ਥੀ, ਮਿੱਟੀ ਹੋ ਜਾਣਾ ਹੈ। ਹਾਂ, ਇਹ ਹਿਸਟਰੀ ਦਾ ਹਿੱਸਾ ਜ਼ਰੂਰ ਰਹੇਗਾ। ਹਿਸਟਰੀ ਦੇ ਯਾਦ ਕੀਤਾ ਜਾਏਗਾ ਕਿਹਨੇ ਕਿਸ ਪੱਖ ਤੋਂ ਆਵਾਜ਼ ਦਿੱਤੀ, ਜਿਵੇਂ ਜੇ ਹੁਣ ਮਲੇਰਕੋਟਲਾ ਨਵਾਬ ਦੀ ਗੱਲ ਕੀਤੀ ਹੈਗੀ। ਸੋ ਇਹੋ ਜਿਹੀਆਂ ਚੀਜ਼ਾਂ, ਇਹ ਅਸਲ ਬੰਦਗੀ ਇਬਾਦਤ ਹੈ ਜਿਹਨੂੰ ਕਹਿੰਦੇ ਅਧਿਆਤਮ ਕਰਮ ਕਰੇ ਤਾਂ ਸੱਚ। ਅਧਿਆਤਮਕਤਾ ਤਾਂ ਆ, ਅਧਿਆਤਮ ਗੁਰੂ, ਅਧਿਆਤਮ ਐਕਚੁਅਲੀ ਫੋਲੋਵਰ, ਯੂ ਕੈਨ ਸੇ ਸਪਿਰਿਚੁਅਲ ਪੀਪਲ ਹੂ ਆਰ ਕਲੇਮਿੰਗ ਹੂ ਆਰ ਵੈਰੀ ਸਪਿਰਿਚੁਅਲ। ਕਰਮ ਕਰੇ ਤਾਂ ਸੱਚ। ਕਰਮ ਕਿਹੋ ਜਿਹਾ ਤੁਹਾਡਾ? ਇਹ ਕਿਸੇ ਇੰਟੀਗ੍ਰਿਟੀ 'ਚੋਂ ਆ ਰਿਹਾ, ਕਿਸੇ ਟਰੂਥਫੁਲਨੈਸ ਵਿੱਚੋਂ ਆ ਰਿਹਾ। ਇੱਥੇ ਗੁਰੂ ਅਮਰਦਾਸ ਸਾਹਿਬ ਉਹਦੀ ਬਾਤ ਕਰਦੇ। ਅਗਲਾ ਬਚਨ ਹੈ, ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਨ। ਜੇ ਇਕੱਲੀ ਦੁਨੀਆ ਕੇਰੀ ਦੋਸਤੀ, ਦੁਨੀਆਦਾਰੀ ਦੇ ਸਾਧਨ ਸੰਸਾਧਨਾ ਕਰਕੇ ਕਿਸੇ ਨਾਲ ਦੋਸਤੀ ਸਾਂਝ ਸਭ ਰੱਖੀ ਹੈ, ਮਨ ਦੇ ਮੁਰੀਦ ਦੱਜ ਮਰਨ। ਆਖਰਕਾਰ ਇਸ ਸਾਰੇ ਦੇ ਵਿੱਚ ਜਿਵੇਂ ਕੋਈ ਚੀਜ਼ ਸ਼ਹਿਦ ਆ, ਮੱਖੀ ਇਕੱਠਾ ਕਰਦੀ ਹੈ,
ਮੱਖੀ ਦੀ ਖੁਰਾਕ ਆ ਹਨੀ ਬੀਜ਼, they actually collect honey and at the same time honey is their food. but ਐਗਜ਼ੈਕਟਲੀ ਜਿਸ ਨੂੰ ਦੇਖੋ ਤੇ ਮੋਸਟਲੀ ਜਿਹੜੀ ਹਨੀ ਬੀਜ਼ ਨੇ ਉਹਨਾਂ ਦੀ ਮੌਤ ਸ਼ਹਿਦ ਵਿੱਚ ਡੁੱਬ ਕੇ ਹੋ ਜਾਂਦੀ ਹੈ। ਜਦੋਂ ਬਹੁਤ ਜ਼ਿਆਦਾ ਸ਼ਹਿਦ ਉਹਨਾਂ ਦੀਆਂ ਜਿਹੜੇ ਉਹਨਾਂ ਦੇ ਵਿੰਗਸ ਨੇ, ਜਿਹੜੀਆਂ ਉਹਨਾਂ ਦੇ ਲੈਗਸ ਨੇ, ਉਹਨਾਂ 'ਚ ਲੱਗ ਜਾਏ ਦੈਨ ਦੇ ਡਾਈ, ਉਹ ਮਰ ਜਾਂਦੀਆਂ ਨੇ। ਇਹ ਸੰਸਾਰ ਜਿਹੜਾ ਹੈ ਨਾ, ਇਸ 'ਚ ਮਾਇਆ ਵੀ ਚਾਹੀਦੀ ਹੈ, ਪਰਿਵਾਰ ਵੀ ਚਾਹੀਦਾ, ਪੈਸਾ, ਸਭ ਕੁਛ ਚਾਹੀਦਾ ਇੱਥੇ, ਪਰ ਜੇ ਬੈਲੈਂਸ ਨਹੀਂ ਬਣਾਵਾਂਗੇ ਦੱਜ ਮਰਨ ਵਿੱਚ ਮਰ ਜਾਵਾਂਗੇ। ਦੁਨੀਆ ਕੇਰੀ ਦੋਸਤੀ ਮਨਮੁਖ ਦੱਜ ਮਰਨ। ਕੋਈ ਸਾਂਝ ਆ, ਘਰ ਹੀ ਹੈ ਇੱਕ, ਘਰ ਨੂੰ ਪ੍ਰਿੰਸੀਪਲ ਲੈਵਲ 'ਤੇ ਲੈ ਕੇ ਆਓ, ਪ੍ਰਿੰਸੀਪਲ ਬੇਸਡ ਇੱਕ ਅਪਰੋਚ ਅਡੋਪਟ ਕੀਤੀ ਜਾਏ ਘਰ ਦੇ ਚਲਾਉਣ ਵਾਸਤੇ। ਮੈਂ ਅਸੂਲਾਂ 'ਤੇ ਖੜ੍ਹਾ, ਮੇਰਾ ਪਾਰਟਨਰ ਅਸੂਲਾਂ 'ਤੇ ਖੜ੍ਹਾ ਹੈ, ਬੱਚੇ ਅਸੂਲਾਂ 'ਤੇ ਖੜ੍ਹਨ। ਜਿਹੜਾ ਅਸੂਲ ਤੋੜੇ ਉਹਨੂੰ ਕਹੇ ਦੈਟਸ ਰੋਂਗ। ਬਹੁਤ ਵਧੀਆ ਚੱਲੇਗਾ, ਉੱਥੇ ਘਰ 'ਚ ਪ੍ਰੋਸਪੈਰਿਟੀ ਵੀ ਆਏਗੀ, ਉਸ ਘਰ ਦੇ 'ਚ ਹੈਪੀਨੈਸ ਵੀ ਆਏਗੀ, ਉਸ ਘਰ ਦੇ 'ਚ ਵੈਲਥ, ਹੈਲਥ, ਐਵਰੀਥਿੰਗ ਵਿਲ ਕਮ, but in very actually in steady and very you can say in graduate level. but ਜੇ ਤੁਸੀਂ ਉਸ ਤੋੜ ਦਿਓ ਉਸ ਚੀਜ਼ ਨੂੰ ਕਿਸੇ ਲੈਵਲ 'ਤੇ ਵੀ, ਹੋਏਗਾ ਕੀ ਹੋ ਸਕਦਾ ਇੱਕਦਮ ਤੁਸੀਂ ਕਿਸੇ ਵੱਡੇ ਲੈਵਲ ਦੀ ਪ੍ਰੋਸਪੈਰਿਟੀ ਨੂੰ ਵੇਖ ਲਵੋ। ਲੋਕੀ ਕਰ ਲੈਂਦੇ ਕਈ ਵਾਰੀ, ਆਪਣੇ ਚਾਚੇ ਤਾਇਆਂ ਦਾ ਹੱਕ ਮਾਰ ਕੇ ਆਪਣੇ ਬੱਚਿਆਂ ਵਾਸਤੇ ਖੂਬ ਪੈਸਾ ਇਕੱਠਾ ਕਰ ਲਿਆ, ਕੁਝ ਹੋਰ ਗਲਤ ਬਿਜ਼ਨਸ ਕਰਕੇ, ਕੁਝ ਐਨੀ ਕਾਈਂਡ ਆਫ ਥਿੰਗ, ਘਰ ਨੂੰ ਇੱਕਦਮ ਕੰਟਰੋਲ ਕਰ ਲਿਆ, ਡਰਾ ਕੇ, ਧਮਕਾ ਕੇ, ਗੁੱਸਾ ਵਿਖਾ ਕੇ, ਪਰ ਨਾਲ ਦੀ ਨਾਲ ਇੱਕ ਸਟੈਂਡਰਡ ਸੈੱਟ ਕਰ ਦਿੱਤਾ ਵੀ ਗੁੱਸਾ ਇਜ਼ ਓਕੇ, ਲੜਾਈ ਇਜ਼ ਓਕੇ। ਸਟੈਂਡਰਡ ਸੈੱਟ ਕਰਤਾ ਵੀ ਦੂਜਿਆਂ ਤੇ ਰੋਹਬ ਪਾਉਣਾ, ਕੰਟਰੋਲ ਕਰਨਾ ਇਟਸ ਓਕੇ, ਕੋਈ ਗੱਲ ਨਹੀਂ, ਅੱਜ ਤੁਹਾਡੇ ਕੋਲ ਹੈ, ਕੱਲ ਨੂੰ ਦੂਜਿਆਂ ਕੋਲ ਆ ਜਾਏਗਾ। ਦੈਨ ਯੂ ਗੋਨਾ ਸੇ ਓ ਦੈਟਸ ਨਾਟ ਗੁੱਡ। ਭਾਈ ਕਲਚਰ ਕਿੰਨੇ ਬਿਲਡ ਕੀਤਾ? ਸਾਡੀ ਜਿਹੜੀ ਮੈਸਕੂਲਨ ਜੈਂਡਰ ਦੀ ਡੋਮੀਨੇਸ਼ਨ ਆ, ਉਹ ਕਿਉਂ ਤੰਗ ਕਰਦੀ ਲੌਂਗ ਰਨ ਦੇ ਵਿੱਚ? ਕਿਉਂਕਿ ਕਲਚਰ ਬਿਲਡ ਕਰਤਾ ਉਸ ਕਿਸਮ ਦਾ। ਸਿੱਖੀ ਦੇ ਪਰਸਪੈਕਟਿਵ ਦੇ ਵਿੱਚ ਇਕੁਐਲਿਟੀ ਦਾ ਕਸੂਲ ਸੀ ਸਾਰੇ ਦਾ ਸਾਰਾ। ਸੋ ਗੁਰੂ ਬਾਬਾ ਜੀ ਨੇ ਇਹਦੀ ਬਾਤ ਕੀਤੀ, ਦੁਨੀਆ ਕੇਰੀ ਦੋਸਤੀ, ਜੇ ਦੁਨੀਆਦਾਰੀ ਦਾ ਰਾਹ ਫੋਲੋ ਕਰੋਗੇ, ਉਹਦੇ ਨਾਲ ਦੋਸਤੀ ਕਰੋਗੇ, ਮਨਮੁਖ ਦੱਜ ਮਰਨ, ਇਹਦੇ 'ਚ ਗਲ ਜਾਓਗੇ, ਮਰ ਜਾਓਗੇ ਦੱਜ ਕੇ, ਜਿਵੇਂ ਸ਼ਹਿਦ ਦੀ ਮੱਖੀ ਉਹਦੇ ਜਿਹੜੀ ਹੈ ਗਲਤਾਨ ਹੋ ਕੇ ਮਰ ਜਾਂਦੀ ਹੈ। ਅਗਲਾ ਬਚਨ ਲਿਖਿਆ ਹੈਗਾ, ਜੰਪੁਰ ਬੱਧੇ ਮਾਰੀਆਂ ਵੇਲਾ ਨਾ ਲਾਹਨ। ਕਰਤਾਰ ਦਾ ਬਣਾਇਆ ਹੋਇਆ ਨਿਜ਼ਾਮ ਜਿਹੜਾ ਹੈ ਨਾ, ਇਹਦੇ 'ਚ ਵੇਲਾ ਨਾ ਲਾਹਨ, ਸਮਾਂ ਰਹਿੰਦਿਆਂ, ਇਨ ਟਾਈਮ, ਜਿਹੜਾ ਕੰਮ ਅੱਜ ਕਰਨਾ, ਹੁਣ ਕਰਨਾ, ਉਹ ਹੁਣੇ ਕਰੋ। ਜੇ ਨਹੀਂ ਕਰੋਗੇ ਵੇਲਾ ਲੰਘ ਜਾਏਗਾ, ਫਿਰ ਤੁਸੀਂ ਚਾਹੋ ਵੀ ਤੁਸੀਂ ਕਰ ਨਹੀਂ ਸਕੋਗੇ। ਜਿਹਨੂੰ ਜ਼ਿਕਰ ਕੀਤਾ ਨਾ ਵੀ ਕੱਲ ਕਰਨ ਤਾਂ ਆਜ ਕਰੇ ਸੋ ਅਬ, ਪਲ ਮੈਂ ਪਰਲੇ ਹੋਏ ਗੋ ਬਹੁਰੀ ਕਰੇਗੋ ਕਬ। ਜਿਹੜਾ ਹੁਣ ਇਸ ਸਮੇਂ ਐਟ ਪ੍ਰੈਜ਼ੈਂਟ ਜਿਹੜਾ ਤੈਨੂੰ ਬਿਹੇਵੀਅਰ ਅਡਾਪਟ ਕਰਨਾ ਚਾਹੀਦਾ, ਹੁਣ ਕਰ। ਅਦਰਵਾਈਜ਼ ਸਮਾਂ ਲੰਘ ਜਾਂਦਾ ਹੈ, ਫਿਰ ਲੋਕੀ ਲਕੀਰਾਂ ਕੁੱਟਦੇ ਰਹਿ ਜਾਂਦੇ ਨੇ। ਤੁਸੀਂ ਸਮਾਜ ਵਿੱਚ ਰੋਜ਼ ਵੇਖਦੇ ਹੋ, ਮੈਂ ਤੇ ਕਾਉਂਸਲਿੰਗ ਵਿੱਚ ਵੇਖ ਰਿਹਾ ਪਿਛਲੇ ਸਮੇਂ ਤੋਂ ਕਿ ਸੌਰੀ ਟੂ ਸੇ ਐਕਚੁਅਲੀ ਸਮ ਟਾਈਮ ਇਨ ਮੇਨ ਸਟ੍ਰੀਮ people have some kind of theory toward our brown people. They are saying they are passive aggressive community. Passive aggressive, या तो बिल्कुल ही पैसिव है, छड़ दिता कोई ना सब ठीक हो जाएगा, किहड़ी गल है इहदे च, एवें ही हुंदा है। यकदम अग्रैसिव, बस हुणे ही फिक्स करना है सारा कुछ, एवें कुछ नहीं हुंदा। हर चीज़ का एक मदर नेचर का ला, यही हुक्म है ना, हुक्मी होवन आकार हुक्म ना कहे, हुक्म विच रह। हुक्म यह है किसी चीज़ दे उस सर्टन स्पीड नूं, पेस नूं, ला नूं, उहदे प्रिंसीपल नूं फॉलो करो, ਉਹਦੇ ਅਕੋਰਡਿੰਗਲੀ ਜਿਹੜਾ ਹੈਗਾ ਚੇਂਜਸ ਲੈ ਕੇ ਆਓ, ਡਿਸੀਜਨ ਬਣਾਓ, ਸਭ ਚੀਜ਼ਾਂ ਕਰੋ। ਗੁਰੂ ਬਾਬਾ ਜੀ ਨੇ ਕਿਹਾ ਜਦੋਂ ਬੰਦਾ ਵੇਲਾ ਨਿਗਾ ਦਿੰਦਾ ਹੈ, ਫਿਰ ਜੰਬੁਰ ਬੱਧੇ ਮਾਰੀਆਂ, ਫਿਰ ਜਮਾਂ ਦੀ ਪੂਰੀ, ਫਿਰ ਕੌਨਸੀਕੁਐਂਸਿਸ ਫੇਸ ਕਰਨੇ ਪੈਂਦੇ ਨੇ। ਅੱਗੇ ਬਚਨ ਲਿਟਰਲੀ ਤੌਰ 'ਤੇ ਕਹੇਗਾ ਵੀ ਜੋ ਬੀਜਿਆ ਵੱਢਣਾ ਪਏਗਾ, ਐਕਚੁਅਲੀ ਇਸੇ ਪੱਦਿਆਂ ਦੇ ਵਿੱਚ ਅੱਗੇ ਆਏਗਾ। ਪਰ ਇੱਥੇ ਹੈ ਵੇਲਾ ਨਾ ਲਾਹਨ, ਜਦੋਂ ਸਮਾਂ ਹੱਥੋਂ ਨਿਕਲ ਗਿਆ ਦੈਨ ਸਿਰਫ ਪਛਤਾਵੇ ਤੋਂ, ਰਿਗਰੈਟਸ ਤੋਂ ਬਿਨਾਂ ਹੋਰ ਕੁਛ ਵੀ ਨਹੀਂ ਰਹਿ ਜਾਂਦਾ। ਅਗਲਾ ਬਚਨ ਹੈ ਗੁਰਮੁਖ ਜਨਮ ਸਖਾਰਤਾ ਸੱਚੇ ਸ਼ਬਦ ਲਗਨ। ਤੁਸੀਂ ਬਾਣੀ ਦੇ ਵਿੱਚ ਨਾ ਇਸ ਤਰੀਕੇ ਨਾਲ ਗ੍ਰਾਫਿੰਗ ਦੇਖੋਗੇ, ਉੱਤੇ ਥੱਲੇ ਹੁੰਦੀ ਇਸ ਢੰਗ ਦੇ ਨਾਲ। ਮਹਾਰਾਜ ਕੁਝ ਔਗੁਣਾਂ ਦੀ ਗੱਲ ਕਰਦੇ, ਕੁਝ ਖਾਮੀਆਂ ਦੀ, ਕੁਝ ਕਮੀਆਂ ਦੀ, ਜਿਹਨੂੰ ਕਹੇ ਪ੍ਰੋਬਲਮ ਟਾਕ ਹੁੰਦੀ ਕੁਝ ਸਾਡੀ ਸਮਾਜ ਦੀ, ਨਾਲ ਦੀ ਨਾਲ ਗੁਰੂ ਸਾਹਿਬ ਸੋਲਿਊਸ਼ਨ 'ਤੇ ਲੈ ਆਉਂਦੇ।
ये गुरबाणी ਦਾ बिल्कुल बैलेंस्ड अप्रोच आ रही है। ਇੱਥੇ ਗੁਰੂ ਬਾਬਾ ਜੀ ਨੇ ਪਹਿਲਾਂ ਮੁਸ਼ਕਲਾਂ ਤਕਲੀਫਾਂ ਬਾਰੇ ਬਾਤ ਕੀਤੀ, ਫਿਰ ਕਿਹਾ ਘਬਰਾਉਣ ਦੀ ਲੋੜ ਨਹੀਂ, ਗੁਰਮੁਖ ਜਨਮ ਸਕਾਰ ਥਾ। ਜਿਹੜੇ ਗੁਰੂ ਵੱਲ ਮੂੰਹ ਕਰਦੇ ਨੇ, ਗੁਰੂ ਦੇ ਦੱਸੇ ਮੁਤਾਬਕ ਆਪਣੇ ਆਪ ਨੂੰ ਢਾਲਦੇ, ਤੁਰਦੇ, ਜਿਉਣ ਦੀ ਟਰਾਈ ਕਰਦੇ, ਜਨਮ ਸਖਾਰਤਾ, ਜੀਵਨ ਸਫਲਾ ਕਰ ਲੈਂਦੇ, ਮੀਨਿੰਗਫੁਲ ਲਾਈਫ ਜੀਂਦੇ। ਉਹ ਇਸ ਤਰ੍ਹਾਂ ਨਹੀਂ ਕਿ 10 20 50 ਸਾਲ ਜੇ ਜੀਏ ਤੇ ਪਿੱਛੇ ਮੁੜ ਕੇ ਵੇਖਣ ਤੇ ਪਛਤਾਵੇ ਕਰਨਾ, ਨਾ ਨਾ। ਉਹਨਾਂ ਨੂੰ ਲੱਗਦਾ ਕਿ ਹਾਂ ਦੈਟ ਵਾਜ਼ ਮੀਨਿੰਗਫੁਲ, ਦੈਟ ਵਾਜ਼ ਐਕਚੁਅਲੀ ਉਹ ਇਹ ਵਧੀਆ ਹੋਇਆ, ਕੁਦਰਤ ਕਰਤਾਰ ਤੇਰਾ ਸ਼ੁਕਰ ਹੈ। ਸੋ ਇਸ ਕਰਕੇ ਕਿਹਾ ਗੁਰਮੁਖ ਜਨਮ ਸਕਾਰ ਥਾ। ਸੱਚਾ ਸ਼ਬਦ ਲਗਨ, ਪਰ ਇਹ ਪੋਸੀਬਲ ਉਦੋਂ ਹੈ ਜਦੋਂ ਸੱਚ ਦੇ ਸ਼ਬਦ ਦੇ ਵਿੱਚ ਲਗਨ, ਅਟੈਚਮੈਂਟ। ਲਗਨ ਦਾ ਮਤਲਬ ਇਹ ਹੁੰਦਾ ਹੈ when they have some kind of attachment toward the real message of life, and real message is ਸ਼ਬਦ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਇਹੋ ਜਿਹੀ ਚੀਜ਼ ਤੁਹਾਨੂੰ ਇੰਸਪੀਰੇਸ਼ਨ ਦੇ ਰਹੀ ਹੈ, ਤੁਸੀਂ ਉਹਨੂੰ ਫੋਲੋ ਕਰ ਰਹੇ ਹੋ, ਤੁਸੀਂ ਉਹਦੇ ਡਿਸਾਈਪਲ ਬਣ ਰਹੇ ਹੈਗੇ ਹੋ, ਤੁਸੀਂ ਉਹਨੂੰ ਐਜ਼ ਏ ਜਿਹੜਾ ਹੈਗਾ ਉਸ ਰੂਪ ਦੇ ਵਿੱਚ ਤੁਸੀਂ ਉਹਨੂੰ ਫੋਲੋ ਕਰ ਰਹੇ ਹੈਗੇ ਹੋ। ਉਹਦੀ ਬਾਤ ਹੋਈ ਗੁਰਮੁਖ ਜਨਮ ਸਕਾਰ ਥਾ, ਸੱਚਾ ਸ਼ਬਦ ਲਗਨ, ਆਤਮ ਰਾਮ ਪ੍ਰਗਾਸਿਆ। ਆਤਮ ਰਾਮ ਪ੍ਰਗਾਸਿਆ, ਬਾਹਰ ਜਿੰਨੀ ਮਰਜ਼ੀ ਰੌਸ਼ਨੀ ਹੋ ਜਾਏ, ਅਸੀਂ ਸ਼ਬਦ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ, ਆਸਾ ਕੀ ਵਾਰ ਪੜ੍ਹੋ, ਮਹਾਰਾਜ ਜ਼ਿਕਰ ਕਰਦੇ, ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਜੇ 100 ਚੰਦਾ ਉਗਵੈ, 100 ਚੰਦਰਮਾ ਤੁਸੀਂ ਕਦੀ ਚੜ੍ਹੇ ਨਹੀਂ ਵੇਖੇ ਹੋਣਗੇ, ਸੂਰਜ ਚੜ੍ਹੇ ਹਜ਼ਾਰ, ਹਜ਼ਾਰ ਸੂਰਜ ਵੀ ਨਹੀਂ ਚੜ੍ਹਿਆ ਵੇਖਣ। ਸੂਰਜ ਤੇ ਇੱਕ ਪੂਰੇ ਦੁਪਹਿਰ ਲੱਗ ਜੇ, ਜੇ ਕਿਤੇ ਗਰਮੀ ਕਿਤੇ 50 55 60 ਡਿਗਰੀ ਦੇ ਨੇੜੇ ਟੈਂਪਰੇਚਰ ਖਾੜੀ ਮੁਲਕਾਂ 'ਚ ਪਹੁੰਚਦਾ, ਕਿਤੇ ਜਿਉਣਾ ਔਖਾ ਹੋ ਜਾਂਦਾ। ਜਿੱਥੇ ਹਜ਼ਾਰ ਸੂਰਜ ਚੜ੍ਹ ਜਾਓ ਉੱਥੇ ਕੀ ਹਾਲ ਹੋਏਗਾ? ਐਕਚੁਅਲੀ ਇਹ ਲਿਟਰਲੀ ਗੱਲ ਨਹੀਂ ਹੈ, ਇਹ ਮੈਟਾਫੋਰਿਕ ਗੱਲ ਆ। ਇਹਦੇ ਜਿਹੜੀ ਗੱਲ ਹੋ ਰਹੀ ਹੈ ਅੱਜ ਤੁਸੀਂ ਦੇਖੋ, ਜਿਹੜੇ ਰੌਸ਼ਨੀ ਦੇਣ ਵਾਲੇ ਸਭ ਤੋਂ ਵੱਡੇ ਅਦਾਰੇ ਨੇ, ਇਨਲਾਈਟਡ ਕਰਨ ਵਾਲੇ, ਪ੍ਰਕਾਸ਼ ਕਰਨ ਵਾਲੇ ਕਿਹੜੇ ਨੇ? ਵਿੱਦਿਆ ਦੇ ਅਦਾਰੇ ਜਿਵੇਂ ਨੇ ਯੂਨੀਵਰਸਿਟੀਜ਼, ਅਕੈਡਮੀ, ਸਕੂਲਸ, ਕਾਲਜਸ। ਜਿਸ ਐਜੂਕੇਸ਼ਨਲ ਦੌਰ 'ਚ ਅੱਜ ਅਸੀਂ ਲੰਘ ਰਹੇ ਹਾਂ, ਇਸ ਤੋਂ ਪਹਿਲਾਂ ਕਦੀ ਵੀ ਨਹੀਂ ਇੰਨਾ ਹੋਇਆ। ਅੱਜ ਤੁਸੀਂ ਐਜੂਕੇਸ਼ਨ ਦਾ ਲੈਵਲ ਦੇਖੋ ਇਹਨਾਂ ਮੁਲਕਾਂ ਦੇ ਵਿੱਚ, ਤੇ ਮੈਂਡੇਟਰੀ ਹੈਗਾ ਗ੍ਰੇਡ 12 ਕਰਨਾ ਬੱਚੇ ਵਾਸਤੇ। ਪੇਰੈਂਟਸ ਨੂੰ ਪਨਿਸ਼ ਕੀਤਾ ਜਾਏਗਾ ਜੇ ਉਹ ਪ੍ਰੋਵਿੰਸ ਦੇ ਜਾਂ ਸਟੇਟ ਦੇ ਸਟੈਂਡਰਡ ਦੇ ਅਕੋਰਡਿੰਗਲੀ ਬੱਚਿਆਂ ਨੂੰ ਇੰਨੀ ਐਜੂਕੇਸ਼ਨ ਪ੍ਰੋਵਾਈਡ ਨਹੀਂ ਕਰਨਗੇ। ਹਰ ਚੌਂਕ ਮਿਨਾਰੇ 'ਚ ਤੁਹਾਨੂੰ ਜਿਹੜਾ ਹੈਗਾ ਇਹੋ ਜਿਹੇ ਇੰਸਟੀਟਿਊਸ਼ਨ ਮਿਲ ਜਾਣਗੇ, ਅਕੈਡਮੀਜ਼ ਮਿਲ ਜਾਣਗੀਆਂ, ਸਭ ਮਿਲ ਜਾਣਗੀਆਂ। ਪਰ ਇਹ ਸਭ ਹੋਣ ਦੇ ਬਾਵਜੂਦ ਵੀ ਹਾਲਤ ਕੀ ਹੈ ਸੋਸਾਇਟੀ ਦੀ? ਡੇ ਬਾਈ ਡੇ ਨਿਕਲਦੀ ਜਾ ਰਹੀ ਹੈ ਥੱਲੇ। ਜੇ 100 ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ। ਇੱਥੇ ਗੁਰ ਦਾ ਮਤਲਬ ਉਹ ਗਿਆਨ, ਉਹ ਚੀਜ਼ ਜਿਹੜੀ ਤੁਹਾਡੇ ਇਨਰ ਇਨਸਟਿੰਕਟ ਨੂੰ ਮਜ਼ਬੂਤ ਨਹੀਂ ਕਰਦੀ, ਜਿਹੜੇ ਤੁਹਾਨੂੰ ਇਨਰ ਇਨਲਾਈਟਮੈਂਟ ਵਿੱਚ ਵਾਲੇ ਪਾਸੇ ਲੈ ਕੇ ਨਹੀਂ ਜਾਂਦੇ, ਜਿਹੜੇ ਤੁਹਾਨੂੰ ਅੰਦਰੋਂ ਤੁਹਾਡੀ ਜਿਹੜੀ ਅਸਲ ਸੈਂਸ ਆਫ ਲਾਈਫ ਆ ਉਹ ਤੁਸੀਂ ਬਿਲਡ ਨਹੀਂ ਕਰਦੇ। ਦੈਨ ਯੂ ਆਰ ਲਿਵਿੰਗ ਇਨ ਕਾਈਂਡ ਆਫ ਡਾਰਕ। ਇੱਥੇ ਗੁਰੂ ਬਾਬਾ ਜੀ ਨੇ ਬਾਤ ਕੀਤੀ ਆਤਮ ਰਾਮ ਪ੍ਰਗਾਸਿਆ। ਬਾਹਰੋਂ ਡੰਡੇ ਨਾਲ ਡਿਸਿਪਲਿਨ ਕਿੰਨੀ ਦੇਰ ਲਿਆਓਗੇ, ਕਿੰਨੀ ਦੇਰ ਜ਼ੋਰ ਲਾਓਗੇ? ਅੱਜ ਲਾਅ ਐਨਫੋਰਸਮੈਂਟ ਦੇ ਖਿਲਾਫ ਦੋ ਚੀਜ਼ਾਂ ਹੋ ਰਹੀਆਂ ਨੇ। ਇੱਕ ਪਾਸੇ ਆ ਰਿਹਾ ਇਹਨਾਂ ਨੂੰ ਜਿਹੜਾ ਹੈਗਾ ਡੀਫੰਡਿੰਗ ਕਰੋ, ਇਹਨਾਂ ਨੂੰ ਇਸ ਤਰੀਕੇ ਨਾਲ ਇਹਨਾਂ ਨੂੰ ਡਿਮੋਲਿਸ਼ ਕਰੋ, ਸਭ ਕਰ ਦਿਓ। ਇੰਨਾ ਹੀ ਮੁਲਕਾਂ ਦੇ ਵਿੱਚ ਮਾੜਾ ਜਿਹਾ ਕਿਤੇ ਹਾਲਾਤ ਨੇ, ਰਾਈਟਸ ਕੈਸੇ ਕੈਸੇ ਫੈਲਦੇ। ਤੁਸੀਂ ਇੰਗਲੈਂਡ ਦਾ ਹਾਲਤ ਦੇਖੇ ਪਿਛਲੇ ਦਿਨਾਂ ਦੇ ਵਿੱਚ, ਤੁਸੀਂ ਹੋਰ ਜਗ੍ਹਾ ਤੇ ਹਾਲਾਤ ਦੇਖੇ। ਸੋ ਇਹ ਸਭ ਚੀਜ਼ਾਂ ਸਾਨੂੰ ਦੱਸ ਰਹੀਆਂ ਨੇ ਕਿ ਨੋ ਐਕਚੁਅਲ ਲੈਵਲ ਤੇ ਸੋਸਾਇਟੀ ਕਿਸੇ ਰੋਂਗ ਡਾਇਰੈਕਸ਼ਨ ਵਿੱਚ ਜਾ ਰਹੀ ਹੈ। ਸੋ ਅਲਟੀਮੇਟਲੀ spirituality is the answer for everything, but the real spirituality which is actually giving us some kind of truthfulness, some kind of integrity, some kind of ਸਚਿਆਰਤਾ ਦੀ ਗੱਲ ਕੀਤੀ ਜਾਏ। ਸੋ ਗੁਰੂ ਬਾਬਾ ਜੀ ਨੇ ਕਿਹਾ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ। ਫਿਰ ਉਹ ਸਹਿਜ ਸੁਭਾਏ ਸੁਖ ਵਿੱਚ ਰਹਿੰਦੇ ਨੇ, ਸੁਖ ਨੂੰ ਮਾਣਦੇ ਨੇ। ਅਗਲੇ ਸ਼ਬਦ ਵਿੱਚ ਅਜੇ ਜਿਹੜੀ ਹੈਗੀ ਹੈ ਅੱਗੇ ਡਿਟੇਲ ਮੌਜੂਦ ਹੈ, ਜਿਹਦੀ ਬਾਤ ਹੁੰਦੇ ਸਮੇਂ 'ਚ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਹੈ। ਇੱਥੇ ਹੀ ਆਵਾਜ਼ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।